ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪਿਛਲੀ ਥੋੜੀ ਦੇਰ ਦੇ ਵਿੱਚ ਘਟਨਾਵਾਂ ਤੇਜ਼ੀ ਨਾਲ ਵਾਪਰੀਆਂ। ਪੰਜਾਬ ਦੇ ਐਡਵੋਕੇਟ ਜਨਰਲ ਆਪਣੇ ਅਫੀਸ਼ੀਅਲ ਲੈਟਰ ਹੈਡ ਦੇ ਉੱਤੇ ਨਵਜੋਤ ਸਿੰਘ ਸਿੱਧੂ ਖਿਲਾਫ ਸਟੇਟਮੈਂਟ ਜਾਰੀ ਕਰ ਦਿੰਦੇ ਆ ਔਰ ਬੜੀ ਤਿੱਖੀ ਸਟੇਟਮੈਂਟ ਹੈ। ਦੂਜੇ ਬੰਨੇ ਪੰਜਾਬ ਦੇ ਮੁੱਖ ਮੰਤਰੀ ਆਪਣੀ ਕਨਸਟੀਟੂਐਂਸੀ ਦੇ ਵਿੱਚ, ਆਪਣੇ ਹਲਕੇ ਦੇ ਵਿੱਚ ਸਿੱਧੂ ਨੂੰ ਅਸਿੱਧੇ ਤੌਰ ਤੇ ਜਵਾਬ ਦਿੰਦੇ ਆ ਔਰ ਨਾਲ ਦੀ ਨਾਲ ਉਹ ਆਪਣੇ ਵਕੀਲਾਂ, ਸਰਕਾਰ ਦੇ ਵਕੀਲਾਂ ਦਾ ਪੱਖ ਪੂਰਦੇ ਨਜ਼ਰ ਆਉਂਦੇ ਆ ਤੇ ਨਾਲ ਹੀ ਉਹ ਮਨਪ੍ਰੀਤ ਬਾਦਲ ਨੂੰ ਥਾਪੜਾ ਦਿੰਦੇ ਵੀ ਨਜ਼ਰ ਆਉਂਦੇ ਆ। ਅਗਲੀ ਘਟਨਾ ਦੇ ਵਿੱਚ ਅਕਾਲੀਆਂ ਨੇ ਚੰਡੀਗੜ੍ਹ ਦੇ ਵਿੱਚ ਡੀਜ਼ਲ ਔਰ ਪੈਟਰੋਲ ਤੋਂ ਵੈਟ ਘਟਾਉਣ ਨੂੰ ਲੈ ਕੇ ਜਿਹੜਾ ਹੱਲਾ ਬੋਲਿਆ, ਉਹਦੇ 'ਚ ਲਾਠੀਚਾਰਜ ਵੀ ਹੁੰਦਾ ਹੈ। ਵਰਕਰ ਜਿਹੜੇ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਅਮੂਮਨ ਆਮ ਵਾਂਗ ਲੀਡਰ ਫਿਰ ਨਿਕਲ ਜਾਂਦੇ ਆ, ਖਿਸਕ ਜਾਂਦੇ ਆ, ਗ੍ਰਿਫਤਾਰੀਆਂ ਹੋ ਜਾਂਦੀਆਂ। ਤੀਜੀ ਖਬਰ ਜਿਹੜੀ ਹੈ ਉਹ ਵੀ ਦਿਲਚਸਪ ਹੈ ਕਿ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਖਿਲਾਫ ਅਸ਼ਵਨੀ ਸੇਖੜੀ ਨੇ ਦੋਸ਼ ਲਾਏ ਆ, ਉਹਨਾਂ ਨੂੰ ਘਟਾ ਕੇ ਨਹੀਂ ਵੇਖਿਆ ਜਾਂਦਾ, ਉਹਦੇ ਚ ਕਰਪਸ਼ਨ ਦੇ ਚਾਰਜਸ ਵੀ ਸ਼ਾਮਲ ਹੈ। ਔਰ ਇਸੇ ਤਰ੍ਹਾਂ ਦੇ ਇੱਕ ਨਵਜੋਤ ਸਿੰਘ ਸਿੱਧੂ ਦੇ ਰਣਨੀਤੀਕਾਰ ਜਿਹੜੇ ਆ ਸਲਾਹਕਾਰ ਨੇ ਮੁਹੰਮਦ ਮੁਸਤਫਾ, ਉਹ ਸਾਬਕਾ ਮੁੱਖ ਮੰਤਰੀ ਨੂੰ ਵੀ 72 ਘੰਟਿਆਂ ਦਾ ਅਲਟੀਮੇਟਮ ਦੇ ਕੇ ਇਸ ਤਰ੍ਹਾਂ ਦਾ ਇਲਜ਼ਾਮਾਂ ਦੀ ਗੱਲ ਕਰਦੇ ਆ। ਤੇ ਜੇਕਰ ਤੁਸੀਂ ਹੋਰ ਥੋੜਾ ਜਿਹਾ ਅੱਗੇ ਜਾ ਕੇ ਦੇਖਣਾ ਹੋਵੇ ਤੇ ਘਟਨਾਵਾਂ ਦੇ ਵਿੱਚ ਜਿਹੜੇ ਏਜੀ ਦੀ ਨਿਯੁਕਤੀ ਆ, ਅੱਜ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਉਹ ਕਿੰਨਾ ਆਧਾਰਾਂ ਤੇ ਹੋਈ, ਜਦੋਂ ਕਿ ਐਥੀਕਲੀ ਜਿਹੜਾ ਵਕੀਲ, ਭਾਵੇਂ ਉਹ ਕਿੱਡਾ ਵੀ ਸਮਰੱਥ ਵਕੀਲ ਹੋਵੇ, ਸਟੇਟ ਦੇ ਖਿਲਾਫ ਕੇਸ ਲੜਦਾ ਹੋਵੇ ਔਰ ਜੇਤੂ ਰਿਹਾ ਹੋਵੇ, ਉਹਦਾ ਨੈਤਿਕ ਤੌਰ ਤੇ ਸਰਕਾਰ ਦੇ ਕੇਸ ਲੜਨਾ ਤੇ ਉਹੀ ਕੇਸ ਜਿਨ੍ਹਾਂ ਕੇਸਾਂ ਦੇ ਵਿੱਚ ਉਹ ਆਪ ਪਹਿਲਾਂ ਦੂਜੀ ਧਿਰ ਦਾ ਵਕੀਲ ਰਿਹਾ ਹੋਵੇ। ਸੋ ਇਹ ਆਧਾਰ ਕਿਹੜੇ ਰੱਖੇ ਗਏ ਜਦੋਂ ਇਹ ਚੰਨੀ ਸਾਹਿਬ ਨੇ ਨਿਯੁਕਤੀ ਕੀਤੀ ਸੀਗੀ, ਜਾਂ ਇਹ ਨਿਯੁਕਤੀ ਕੇਂਦਰੀ ਕਮਾਂਡ ਨੇ ਕੀਤੀ ਕਾਂਗਰਸ ਦੀ ਨੇ, ਜਾਂ ਕਿਧਰੋਂ ਹੋਰ, ਅਜੇ ਤੱਕ ਇਹ ਸਾਫ਼ ਨਹੀਂ ਹੋਇਆ। ਪਰ ਸਿੱਧੂ ਨੂੰ ਪੜ੍ਹਨੇ ਪਾਤਾ ਔਰ ਸਿੱਧੂ ਸਾਹਿਬ ਅੱਜ ਬਰਗਾੜੀ 'ਚ ਨਜ਼ਰ ਆਏ ਨੇ ਬੇਅਦਬੀ ਮਾਮਲਿਆਂ ਦੇ ਉੱਤੇ। ਉਹ ਉੱਥੇ ਪਹੁੰਚੇ ਹੋਏ ਸੀ ਅਰਦਾਸ ਕਰਨ ਲਈ। ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੂੰਗਾ ਕਿ ਸਿੱਧੂ ਨੇ ਕੱਲ ਜਿਹੜਾ ਤਿੱਖਾ ਹਮਲਾ ਬੋਲਿਆ ਸੀ, ਉਹਦੇ ਖਿਲਾਫ ਇੱਕ ਸਭ ਤੋਂ ਸਰਕਾਰ ਦੇ ਵਿੱਚ ਉਹ ਧਿਰ ਜਿਹੜੀ ਆਮ ਤੌਰ ਤੇ ਬੋਲਦੀ ਨਹੀਂ, ਜਿਹੜੀ ਅਫਸਰਾਂ ਦੀ ਕਲਾਸ ਹੁੰਦੀ ਆ, ਜਿਹੜੇ ਇਸ ਤਰ੍ਹਾਂ ਦੇ ਲੋਕ ਸੰਵਿਧਾਨਕ ਅਹੁਦਿਆਂ ਤੇ ਬੈਠੇ ਹੋ, ਬੋਲਦੇ ਘੱਟ ਆ ਔਰ ਲਿਖਤ ਸਟੇਟਮੈਂਟ ਆਈ ਆ, ਅਧਿਕਾਰਤ ਲੈਟਰ ਹੈਡ ਤੇ ਆਈ ਆ, ਇਹਨੂੰ ਮੈਂ ਕਿਵੇਂ ਲਵਾਂ? ਤੇ ਥੋੜੇ ਜਿਹੇ ਅਰਸੇ ਦੇ ਵਿੱਚ ਚੰਨੀ ਦਾ ਪਿੱਠ ਥਾਪੜਨਾ, ਸੁਖਜਿੰਦਰ ਸਿੰਘ ਰੰਧਾਵਾ ਦੀ ਚੁੱਪ, ਤੇ ਮੈਨੂੰ ਏਜੀ ਸਾਹਿਬ ਤੋਂ ਹੀ ਗੱਲ ਸ਼ੁਰੂ ਕਰਨੀ ਜ਼ਿਆਦਾ ਚੰਗੀ ਲੱਗੂ। ਕੀ ਕਹਿੰਦੇ ਹੋ ਰੰਧਾਵਾ ਜੀ? ਕੱਲ ਉਹਨਾਂ ਦੀ ਸਿੱਧੂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਉਮੀਦ ਸੀਗੀ ਕਿ 3 ਲੋਕ ਘੱਟ ਤੋਂ ਘੱਟ ਉਹਨਾਂ ਦਾ ਜਵਾਬ ਦੇਣਗੇ। ਇੱਕ ਮੁੱਖ ਮੰਤਰੀ ਆਪ, ਜਿਨ੍ਹਾਂ ਨੇ ਅੱਜ ਇਨਡਾਇਰੈਕਟਲੀ ਉਹਦਾ ਜਵਾਬ ਦਿੱਤਾ, ਇੱਕ ਏਜੀ ਜਿਨ੍ਹਾਂ ਨੇ ਅੱਜ ਲਿਖਿਤ ਤੌਰ ਤੇ ਉਹਨਾਂ ਦਾ ਜਵਾਬ ਦਿੱਤਾ, ਤੇ ਤੀਜੇ ਸੀਗੇ ਸੁਖਜਿੰਦਰ ਸਿੰਘ ਰੰਧਾਵਾ, ਜੋ ਇਸ ਮੁੱਦੇ ਤੇ ਕੋਈ ਖਾਸ ਹਜੇ ਤੱਕ ਨਹੀਂ ਬੋਲੇ। ਪਰ ਸਭ ਤੋਂ ਪਹਿਲੀ ਸਟੇਟਮੈਂਟ ਆਈ ਚੰਨੀ ਉਹਨਾਂ ਦੀ। ਉਹਨਾਂ ਨੇ ਇਨਡਾਇਰੈਕਟਲੀ ਆਪਣੇ ਵਕੀਲਾਂ ਨੂੰ ਸਪੋਰਟ ਕੀਤਾ ਔਰ ਕਿਹਾ ਕਿ ਕੋਰਟਾਂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਸਰਕਾਰ ਦੇ ਕੇਸ ਲੜੇ ਜਾ ਰਹੇ ਆ ਔਰ ਕਾਫੀ ਸਾਰੇ ਕੇਸ ਦੇ ਵਿੱਚ ਅਸੀਂ ਜਿੱਤ ਵੀ ਪ੍ਰਾਪਤ ਕੀਤੀ ਹੈ। ਉਹਨਾਂ ਨੇ ਰੈਫਰੈਂਸ ਦਿੱਤਾ ਕਿ ਸੁਨਾਰੀਆ ਜੇਲ੍ਹ ਦੇ ਵਿੱਚ ਡੇਰਾ ਮੁਖੀ ਦੇ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਮਿਲ ਗਈ ਔਰ ਬੜੀ ਜਲਦੀ ਉਹ ਪੁੱਛਗਿੱਛ ਹੋਏਗੀ, ਜਿਹਦੇ ਰਾਹੀਂ ਸਿੱਟੇ ਤੱਕ ਬੇਅਦਬੀਆਂ ਦੇ ਮੁੱਦੇ ਤੇ ਪਹੁੰਚਿਆ ਜਾ ਸਕੇਗਾ। ਹੁਣ ਗੱਲ ਆਈ ਐਡਵੋਕੇਟ ਜਨਰਲ ਦਿਓਲ ਸਾਹਿਬ ਦੀ। ਦਿਓਲ ਸਾਹਿਬ, ਜੋ ਪਿਛਲੇ ਦਿਨੋਂ ਇੱਕ ਕਨਫਿਊਜ਼ਨ ਜਿਹਾ ਪੈਦਾ ਹੋਇਆ ਕਿ ਪਹਿਲੇ ਉਹਨਾਂ ਨੇ ਇਹ ਕਿਹਾ ਗਿਆ ਕਿ ਰੈਜ਼ਿਗਨੇਸ਼ਨ ਦਿੱਤਾ ਹੈ, ਫਿਰ ਗੱਲ ਹੋਈ ਕਿ ਨਹੀਂ ਦਿੱਤਾ, ਦੂਜੇ ਦਿਨ ਪੁਰਾਣੀ ਡੇਟ ਦਾ ਰੈਜ਼ਿਗਨੇਸ਼ਨ ਸਾਹਮਣੇ ਆਇਆ ਕਿ ਉਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ ਹੈ, ਫਿਰ ਹਜੇ ਤੱਕ ਉਹ ਰੈਜ਼ਿਗਨੇਸ਼ਨ ਐਕਸੈਪਟ ਨਹੀਂ ਹੋਇਆ। ਔਰ ਜਿਸ ਦਿਨ ਸਿੱਧੂ ਉਹਨਾਂ ਔਰ ਮੁੱਖ ਮੰਤਰੀ ਚੰਨੀ ਉਹਨਾਂ ਕੇਦਾਰਨਾਥ ਗਏ ਸੀ, ਉਸ ਦਿਨ ਵੀ ਇੱਕ ਗੱਲ ਉੜੀ ਸੀਗੀ ਕਿ ਉਹਨਾਂ ਦਾ ਏਜੀ ਉਹਨਾਂ ਦਾ ਅਸਤੀਫਾ ਐਕਸੈਪਟ ਹੋ ਗਿਆ। ਪਰ ਅੱਜ ਜਦ ਲੈਟਰ ਹੈਡ ਤੇ ਉਹਨਾਂ ਨੇ ਆਪਣਾ ਇੱਕ ਬਿਆਨ ਦਿੱਤਾ, ਜਿਹਦੇ ਵਿੱਚ ਇਲਜ਼ਾਮ ਲਾਇਆ ਕਿ ਨਵਜੋਤ ਸਿੰਘ ਸਿੱਧੂ ਏਜੀ ਆਫਿਸ ਦਾ ਰਾਜਨੀਤੀਕਰਨ ਕਰ ਰਹੇ ਹਨ ਔਰ ਮੈਨੂੰ ਔਰ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ, ਖਾਸ ਕਰਕੇ ਡਰੱਗ ਕੇਸਿਸ ਦੇ ਉੱਤੇ ਔਰ ਸੈਕਰੀਲੇਜ ਦੇ ਮੁੱਦੇ ਦੇ ਉੱਤੇ। ਯਾਨੀ ਇੱਕ ਏਜੀ ਆਫਿਸ ਦਾ ਔਰ ਕਾਂਗਰਸ ਦੇ ਸੂਬੇ ਦੇ ਪ੍ਰਧਾਨ ਦਾ ਸਿੱਧਾ ਟਕਰਾਓ ਇਹ ਪਹਿਲੀ ਵਾਰ ਨੂੰ ਮਿਲਿਆ। ਹਾਲਾਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਏਜੀ ਉਹਨਾਂ ਦੇ ਖਿਲਾਫ ਬਹੁਤ ਵਾਰ ਬੋਲਦੇ ਰਹੇ ਨੇ ਔਰ ਇੱਥੇ ਤੱਕ ਕਿ ਉਹਨਾਂ ਨੇ ਆਪਣਾ ਅਸਤੀਫਾ ਲੈਣ ਤੋਂ ਬਾਅਦ ਇੱਕ ਸ਼ਰਤ ਵੀ ਰੱਖੀ ਕਿ ਜਦ ਤੱਕ ਨਵਾਂ ਏਜੀ ਜੁਆਇਨ ਨਹੀਂ ਕਰਦਾ, ਉਹ ਤਬ ਤੱਕ ਆਪਣਾ ਆਫਿਸ ਵੀ ਜੁਆਇਨ ਨਹੀਂ ਕਰਨਗੇ। ਇਸ ਮੁੱਦੇ ਤੇ ਜਿਹੜਾ ਤਿੱਖਾ ਜਿਹੜਾ ਬਿਆਨ ਆਇਆ ਹੈ ਏਜੀ ਦਿਓਲ ਸਾਹਿਬ ਦਾ, ਉਹ ਆਪਣੇ ਆਪ ਵਿੱਚ ਮੇਰੇ ਖਿਆਲ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਆਪਣੇ ਆਪ ਵਿੱਚ ਜਿਹੜੇ ਲੈਟਰ ਬੰਮ ਦਾ ਜ਼ਿਕਰ ਅਸੀਂ ਕਰਦੇ ਹਾਂ, ਇਹ ਵੀ ਇੱਕ ਕਿਸਮ ਦਾ ਲੈਟਰ ਬੰਮ ਵੀ ਹੈ, ਕਿਉਂਕਿ
ਐਡਵੋਕੇਟ ਜਨਰਲ ਦਾ ਪਾਰਟੀ ਦੇ ਪ੍ਰਧਾਨ ਨਾਲ ਸਿੱਧਾ ਐਲੀਗੇਸ਼ਨਸ ਕਾਊਂਟਰ ਐਲੀਗੇਸ਼ਨਸ ਦੇ ਵਿੱਚ ਜਾਣਾ, ਉਹ ਵੀ ਤਦ ਜਦ ਮੁੱਖ ਮੰਤਰੀ ਉਹਨਾਂ ਦੇ ਕੰਮਾਂ ਦੀ ਤਾਰੀਫ ਕਰਦਾ ਹੋਏ ਔਰ ਪੰਜਾਬ ਦਾ ਸੂਬਾ ਪ੍ਰਧਾਨ ਪਾਰਟੀ ਦਾ ਉਹ ਉਹਨਾਂ ਦੇ ਅਪਾਇੰਟਮੈਂਟ ਦੇ ਉੱਤੇ ਹੀ ਸਵਾਲੀਆ ਨਿਸ਼ਾਨ ਲਾਉਂਦੇ। ਭਾਸਕਰ ਸਰ ਇਹੀ ਸਵਾਲ ਆ, ਮੈਨੂੰ ਇਹ ਜ਼ਰੂਰ ਦੱਸਿਓ, ਅਜੇ ਤੱਕ ਇਸ ਧੁੰਦ ਛੱਟੀ ਨਹੀਂ ਇਹ ਸਵਾਲ ਤੋਂ ਕਿ ਏਜੀ ਬਤੌਰ ਏਜੀ ਦਿਓਲ ਸਾਹਿਬ ਦੀ ਨਿਯੁਕਤੀ, ਇਹ ਕਿਉਂਕਿ ਹਰੇਕ ਨਿਯੁਕਤੀ ਦੇ ਪਿੱਛੇ ਕੋਈ ਲੌਬਿੰਗ ਹੁੰਦੀ ਹੈ, ਹਰੇਕ ਨਿਯੁਕਤੀ ਦੇ ਪਿੱਛੇ ਸਮਰੱਥਾਵਾਨ ਲੋਕ ਹੁੰਦੇ ਆ ਜਾਂ ਸਮਰੱਥ ਹਸਤੀਆਂ ਨੂੰ ਨਿਯੁਕਤੀਆਂ ਮਿਲਦੀਆਂ, ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਉਹ ਕਾਬਲ ਵਕੀਲ ਨੇ, ਉਹਨਾਂ ਨੇ ਆਪਣੇ ਕੇਸ ਲੜੇ ਆ, ਭਾਵੇਂ ਉਹ ਸਟੇਟ ਦੇ ਹਿੱਤ 'ਚ ਹੁੰਦੇ ਆ, ਖਿਲਾਫ ਹੁੰਦੇ ਆ, ਵਕੀਲ ਨੇ ਕੇਸ ਲੜਨਾ ਹੈ ਜਿਹਦੀ ਉਹ ਫੀਸ ਲੈਂਦਾ। ਦਿਓਲ ਸਾਹਿਬ ਨੇ ਜਦੋਂ ਇਹ ਜੁਆਇਨ ਕੀਤਾ, ਇਹ ਚੰਨੀ ਸਾਹਿਬ ਦੀ ਚੋਣ ਨੇ, ਇਹ ਹਾਈ ਕਮਾਂਡ ਦੀ ਚੋਣ ਨੇ, ਇਹ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਨੇ, ਮਨਪ੍ਰੀਤ ਬਾਦਲ ਦੀ ਚੋਣ ਨੇ, ਜਾਂ ਇਹ ਕਿੱਥੋਂ ਆ ਰਹੇ ਨੇ? ਕਿਉਂਕਿ ਜਦੋਂ ਪਹਿਲਾਂ ਜਸਟਿਸ ਕੁਲਦੀਪ ਸਿੰਘ ਦੇ ਪੁੱਤਰ ਦੀ ਨਿਯੁਕਤੀ ਦੀ ਗੱਲ ਹੋਈ ਸੀ, ਸੁਣਿਆ ਹਾਈ ਕਮਾਂਡ ਨੇ ਉਹਨੂੰ ਰੱਦ ਕਰਨ ਲਈ ਕਿਹਾ ਜਾਂ ਉਹ ਨਾ ਕਰਨ ਲਈ ਕਿਹਾ, ਜਦੋਂ ਕਿਉਂਕਿ ਪਹਿਲਾਂ ਕਹਿੰਦੇ ਸੀ ਹੋ ਗਈ ਜਾਂ ਹੋ ਚੱਲੀ, ਨੋਟੀਫਿਕੇਸ਼ਨ ਨਹੀਂ ਸੀ ਹੋਇਆ। ਉਸ ਤੋਂ ਬਾਅਦ ਇੱਕ ਨਾਂ ਹਰਿਆਣੇ ਨਾਲ ਸੰਬੰਧਿਤ ਕੋਈ ਐਡਵੋਕੇਟ, ਅਸਿਸਟੈਂਟ ਐਡਵੋਕੇਟ ਜਨਰਲ ਦਾ ਨਾਮ ਵੀ ਚੱਲਦਾ ਰਿਹਾ, ਉਹ ਵੀ ਮੁੜ ਕੇ ਵੱਟੇ ਖਾਤੇ ਪੈ ਗਿਆ। ਦਿਓਲ ਸਾਹਿਬ ਦੀ ਨਿਯੁਕਤੀ ਕਿਹਨੇ ਕੀਤੀ, ਕਿਹਨੇ ਕਰਾਈ, ਅਜੇ ਤੱਕ ਇਹ ਗੱਲ ਸਾਫ਼ ਨਹੀਂ ਹੋਈ। ਜੇ ਤੁਹਾਡੇ ਕੋਲ ਕੋਈ ਕਲੂ ਹੈ, ਕੋਈ ਕੰਸੋਆਤ ਦੱਸਿਓ। ਰੰਧਾਵਾ ਜੀ, ਸਭ ਤੋਂ ਪਹਿਲੇ ਤੇ ਜਿਹੜੇ ਐਡਵੋਕੇਟ ਜਨਰਲ ਪਹਿਲੇ ਸੀਗੇ ਅਤੁਲ ਨੰਦਾਵਨਾ, ਉਹਨਾਂ ਦੀ ਅਪਾਇੰਟਮੈਂਟ ਤੋਂ ਲੈ ਕੇ ਉਹਨਾਂ ਦੇ ਕੇਸ ਲੜਨ ਦੇ ਤਰੀਕੇ ਦੇ ਉੱਤੇ ਕਾਂਗਰਸੀ ਆਗੂ ਅਕਸਰ ਸਵਾਲ ਚੁੱਕਦੇ ਸੀਗੇ। ਕਈ ਵਾਰ ਤੇ ਮੰਗ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ, ਸੁਨੀਲ ਜਾਖੜ ਉਹਨਾਂ ਨੇ ਵੀ ਕੀਤੀ ਕਿ ਏਜੀ ਨੂੰ ਚੇਂਜ ਕਰ ਦਿੱਤਾ ਜਾਵੇ, ਪਰ ਜਿਹੜੇ ਫਾਰਮਰ ਚੀਫ ਮਿਨਿਸਟਰ ਸੀਗੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਅਤੁਲ ਨੰਦਾਵਨਾ ਬੜੇ ਖਾਸ ਸੀਗੇ ਔਰ ਉਹਨਾਂ ਨੇ ਕਿਸੇ ਵੀ ਇਸ ਤਰ੍ਹਾਂ ਦੀ ਮੰਗ ਨੂੰ ਕੋਈ ਤਵੱਜੋ ਨਹੀਂ ਦਿੱਤੀ। ਏਜੀ ਉਹਨਾਂ ਨੇ ਅਸਤੀਫਾ ਦਿੱਤਾ ਕੈਪਟਨ ਸਾਹਿਬ ਦੇ ਨਾਲ ਹੀ। ਉਸ ਤੋਂ ਬਾਅਦ ਨਵੇਂ ਏਜੀ ਨੂੰ ਲਾਏ ਜਾਣ ਕਰਕੇ ਕਈ ਨਾਂ ਚੱਲਦੇ ਸੀਗੇ ਔਰ ਇੱਕ ਤੇ ਨਾਂ ਏਦਾਂ ਦਾ ਵੀ ਸੀਗਾ ਜਿਹਦੇ ਕਰਕੇ ਫਾਈਲ ਵੀ ਤੁਰ ਗਈ ਸੀਗੀ, ਪਰ ਅਚਾਨਕ ਹੀ ਦਿਓਲ ਸਾਹਿਬ ਨੂੰ ਐਡਵੋਕੇਟ ਜਨਰਲ ਲਾਇਆ ਜਾਂਦਾ ਹੈ ਔਰ ਉਹਦਾ ਕ੍ਰਾਈਟੇਰੀਆ ਬੜਾ ਸਿੱਧਾ ਹੈਗਾ। ਜਿਸ ਕਿਸੇ ਨੂੰ ਵੀ ਐਡਵੋਕੇਟ ਜਨਰਲ ਲਾਣਾ ਹੈ ਤੇ ਉਹ ਕਿਸੇ ਵੀ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਸਰਕਾਰ ਦੇ ਖਿਲਾਫ ਨਾ ਲੜਿਆ ਹੋਏ, ਜਿੱਤੇ ਦੀ ਤੇ ਦੂਰ ਦੀ ਗੱਲ ਹੈ, ਲੜਿਆ ਹੋਏ ਤੱਕ ਦਾ ਵੀ ਉਹ ਕ੍ਰਾਈਟੇਰੀਆ ਦੇ ਵਿੱਚ ਫਿੱਟ ਨਹੀਂ ਆਉਂਦਾ। ਔਰ ਇੱਥੇ ਤੇ ਕੁਝ ਦਿਨ ਪਹਿਲੇ ਦੀ ਗੱਲ ਹੈਗੀ ਹੈ, ਜਦ ਉਹਨਾਂ ਨੇ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਸਰਕਾਰ ਦੇ ਖਿਲਾਫ ਜਾ ਕੇ ਔਰ ਸਰਕਾਰ ਦੀ ਮਨਸ਼ਾ ਦੇ ਉੱਤੇ ਵੀ ਇੱਕ ਸ਼ੱਕ ਪੈਦਾ ਕੀਤਾ ਸੀਗਾ ਕਿ ਸਰਕਾਰ ਦੀ ਸਿਆਸੀ ਮਨਸ਼ਾ ਹੈਗੀ ਹੈ। ਇਸ ਲੌਜਿਕ ਦੇ ਬੇਸ ਤੇ ਉਹਨਾਂ ਨੇ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਬਲੈਂਕਟ ਬੇਲ ਦਵਾਈ ਸੀਗੀ, ਉਹ ਵੀ 2022 ਦੇ ਇਲੈਕਸ਼ਨ ਦੇ ਰਿਜ਼ਲਟ ਤੱਕ, ਯਾਨੀ ਨਵੀਂ ਸਰਕਾਰ ਜਦ ਤੱਕ ਨਹੀਂ ਬਣੇਗੀ ਤਦ ਤੱਕ ਸੈਣੀ ਉਹਨਾਂ ਨੂੰ ਹਰ ਮਾਮਲੇ ਦੇ ਵਿੱਚ, ਭਾਵੇਂ ਉਹ ਨਏ ਦਰਜ ਹੋਏ ਮਾਮਲੇ ਵੀ ਕਿਉਂ ਨਾ ਹੋਣ, ਉਹਨਾਂ ਦੇ ਉੱਤੇ ਵੀ ਬਲੈਂਕਟ ਬੇਲ ਮਿਲੀ ਸੀ। ਉਹਨਾਂ ਨੂੰ ਏਜੀ ਲਾਣਾ ਇਹਦੀ ਚੁਆਇਸ ਸੀਗੀ। ਸਵਾਲ ਤੁਹਾਡਾ ਬੜਾ ਇੰਪੋਰਟੈਂਟ ਹੈਗਾ, ਹਾਈ ਕਮਾਨ ਨੇ ਜਾਂ ਫਿਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਜਾਂ ਚੰਨੀ ਉਹਨਾਂ ਨੇ ਆਪ ਉਹਨਾਂ ਨੂੰ ਪਿਕ ਕੀਤਾ ਸੀਗਾ। ਲੱਗਦਾ ਹੈ ਕਿ ਉਸ ਅਪਾਇੰਟਮੈਂਟ ਦੇ ਉੱਤੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਹ ਵੀ ਤਦ ਜਦ ਤੱਥਾਂ ਦੇ ਆਧਾਰ ਤੇ ਉਹਨਾਂ ਦਾ ਅਪਾਇੰਟਮੈਂਟ ਹੋਣਾ ਨਹੀਂ ਬਣਦਾ ਸੀਗਾ, ਜਦ ਨਵਜੋਤ ਸਿੰਘ ਸਿੱਧੂ ਉਹਨਾਂ ਇਹ ਸਵਾਲ ਕਰਦੇ ਨੇ ਤੇ ਕਿਸੇ ਨਾ ਕਿਸੇ ਜਗ੍ਹਾ ਸਰਕਾਰ ਵੀ, ਸੁਖਜਿੰਦਰ ਸਿੰਘ ਰੰਧਾਵਾ ਵੀ, ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦਾ ਸਿਰਫ ਨਾਂ ਹੀ ਨਹੀਂ ਲਿੱਤਾ ਸੀ ਉਹਨਾਂ ਨੇ, ਬਲਕਿ ਉਹਨਾਂ ਦੇ ਉੱਤੇ ਸਿੱਧੇ ਤੌਰ ਤੇ ਇਸ਼ਾਰਾ ਕਰਕੇ ਕਿਹਾ ਸੀਗਾ ਕਿ ਜੋ ਪਹਿਲੇ ਕਹਿੰਦੇ ਸੀਗੇ ਕਿ ਜੇ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਪੰਜਾਬ ਪੁਲਿਸ ਡੰਡੇ ਮਾਰ ਕੇ, ਯਾਨੀ ਦੁਆਰਾ ਤੇ ਡੰਡੇ ਖੜਕਾ ਕੇ ਵਾਪਸ ਆ ਗਈ, ਜੇ ਮੈਂ ਹੁੰਦਾ ਤੇ ਕੰਧ ਟੱਪ ਕੇ ਉਹਨਾਂ ਨੂੰ ਫੜ ਲੈਂਦਾ। ਅੱਜ ਉਹ ਇਸ ਮੁੱਦੇ ਤੇ ਬਿਲਕੁਲ ਚੁੱਪ ਨੇ, ਹੋਮ ਮਿਨਿਸਟਰੀ ਨੂੰ ਹੋਲਡ ਕਰਦੇ ਨੇ ਔਰ ਏਜੀ ਦਾ ਅਪਾਇੰਟਮੈਂਟ ਔਰ ਹੋਮ ਮਿਨਿਸਟਰੀ ਦਾ ਕਨੈਕਸ਼ਨ ਬਿਲਕੁਲ ਸਿੱਧਾ ਹੁੰਦਾ ਹੈ। ਏਦਾਂ ਦੇ ਹਾਲਾਤ ਵਿੱਚ ਹਜੇ ਉਹਨਾਂ ਦਾ ਜਵਾਬ ਆਣਾ ਬਾਕੀ ਹੈ, ਪਰ ਇਹ ਕੰਟਰੋਵਰਸੀ ਹਜੇ ਅੱਗੇ ਚਲੇਗੀ। ਪਰ ਭਾਸਕਰ ਸਾਹਿਬ, ਇਹਦੇ 'ਚ ਇਸ ਮੌਕੇ ਤੇ ਸੁਮੇਧ ਸਿੰਘ ਸੈਣੀ ਨੇ ਵੀ ਆਪਣਾ ਘੋੜਾ ਭਜਾਤਾ ਧੂੜ 'ਚ। ਇਹ ਬਹੁਤ ਸਾਫ਼ ਹੋ ਗਿਆ ਕਿ ਉਹਨਾਂ ਦੀ ਸਾਰੀ ਪੀੜ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਗਜ਼ਾਰ ਆ। ਇਹਦਾ ਫਾਇਦਾ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲ ਜੇ। ਜਦੋਂ ਸੁਮੇਧ ਸਿੰਘ ਸੈਣੀ ਕੈਪਟਨ ਅਮਰਿੰਦਰ ਸਿੰਘ ਨੂੰ ਗਲਤ ਆਖਣਗੇ ਤਾਂ ਲੋਕ ਮਾਨਸਿਕਤਾ ਦੇ ਵਿੱਚ ਉਹ ਸਾਰੀ ਪੀੜ ਪੁਰਾਣੀ ਦੱਬੀ ਉੱਠ ਪੈਂਦੀ ਹੈ। ਸੋ ਸੁਮੇਧ ਸਿੰਘ ਸੈਣੀ ਨੇ ਕਿਹਾ ਸਮਾਂ ਆਉਣ ਦਿਓ, ਤੱਥਾਂ ਨਾਲ ਪੇਸ਼ ਹੋਵਾਂਗਾ। ਇਹ ਸਭ ਪੈੜਾ ਅਮਰਿੰਦਰ ਸਿੰਘ ਦੀਆਂ ਪਾਈਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਵਾ, ਬਹੁਤ ਕੁਝ ਗਲਤ ਹੋਇਆ। ਉਹ ਇੱਕ ਖਾਸ ਫਿਰਕੇ ਦੀ ਗੱਲ ਕਰਦੇ ਆ ਕਿ ਉਹ ਅਸੁਰੱਖਿਆ ਦੀ ਭਾਵਨਾ 'ਚ ਹੈ। ਬੜੀਆਂ ਗੱਲਾਂ ਸੁਮੇਧ ਸੈਣੀ ਨੇ ਕੀਤੀਆਂ ਨੇ ਤੇ ਗੱਲ ਤਾਂ ਸਿਆਸਤ ਦੇ ਵਿੱਚ ਜਦੋਂ ਤੁਰਦੀ ਆ ਤਾਂ ਦੂਰ ਤਲਕ ਜਾਂਦੀ ਆ। ਮੈਂ ਇਹਨੂੰ ਥੋੜਾ ਜਿਹਾ ਅੱਗੇ ਵਧਾਵਾਂ। ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ
ਹੁਣ ਚੰਨੀ ਸਾਹਿਬ ਦੀ ਉਸ ਗੱਲ ਦਾ ਜਵਾਬ, ਮੇਰਾ ਤੇ ਖਿਆਲ ਨਹੀਂ ਕਿ ਸਿੱਧੂ ਜਵਾਬ ਦੇਣ ਲੱਗਿਆ, ਕਿਉਂਕਿ ਸਹਿਜ ਸੁਭਾਈ ਗੱਲ ਹੋਈ ਆ। ਇੱਕ ਜਗ੍ਹਾ ਪ੍ਰੈਸ ਵਾਲੇ ਜਦੋਂ ਉਹ ਕੋਈ ਪੁਲ ਦਾ ਉਦਘਾਟਨ ਕਰਨ ਦਾ ਗੱਲ ਕਰ ਰਹੇ ਸੀ ਔਰ ਸੜਕ ਬਣਨ ਦਾ, ਜਿਹਦੀ ਉਹ ਕਹਿ ਰਹੇ ਸੀਗੇ ਕਿ ਮਨਪ੍ਰੀਤ ਬਾਦਲ, ਮੈਂ ਮੁੱਖ ਮੰਤਰੀ ਦੀ ਗੱਲ ਕਰਦਾ ਚੰਨੀ ਸਾਹਿਬ ਦੀ, ਕਿ ਮਨਪ੍ਰੀਤ ਬਾਦਲ ਤੁਹਾਨੂੰ ਦੱਸਣਗੇ ਵੀ ਕਿੰਨਾ ਖਰਚਾ ਆਏਗਾ, ਇਹ ਮੇਰੇ ਭਰਾ ਨੇ, ਉਹਨਾਂ ਨੇ ਬੜੇ ਸੋਹਣੇ ਲਫ਼ਜ਼ਾਂ 'ਚ ਕਿਹਾ ਕਿ ਪ੍ਰੈਸ ਨੂੰ ਸਾਰੀ ਜਾਣਕਾਰੀ ਹੁਣ ਇਹ ਦੇਣਗੇ। ਤੇ ਇਨ ਦਾ ਮੀਨ ਟਾਈਮ ਇੱਕ ਸਵਾਲ ਸੁੱਟਿਆ ਗਿਆ ਕਿਸੇ ਜਰਨਲਿਸਟ ਵੱਲੋਂ ਪਿੱਛੋਂ ਕਿ ਸਿੱਧੂ ਸਾਹਿਬ ਨੇ, ਉਹ ਕਹਿੰਦੇ ਜੀ ਇਹ ਛੱਡੋ ਜੀ ਛੱਡੋ, ਜਸ਼ਨ ਮਨਾਓ, ਇਹ ਜਸ਼ਨ ਦਾ ਮੌਕਾ ਹੈ, ਸ਼ਗਨ ਮਨਾਓ। ਸੋ ਮੇਰਾ ਮਤਲਬ ਹੈ ਕਿ ਸਿੱਧੂ ਨੂੰ ਛੱਡੋ ਗੱਲ, ਇਹ ਗੱਲ ਤੇ ਉਸ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੇ ਮੰਚ ਤੋਂ ਕਹੀ ਕਿ ਮੈਨੂੰ ਕਮਜ਼ੋਰ ਮੁੱਖ ਮੰਤਰੀ ਨਾ ਮੰਨਿਓ, ਮੈਂ ਗਰੀਬ ਹੋ ਸਕਦਾ, ਮੈਨੂੰ ਕਮਜ਼ੋਰ ਮੁੱਖ ਮੰਤਰੀ ਨਾ ਮੰਨਿਓ, ਮੈਂ ਸਾਰੇ ਮਸਲੇ ਹੱਲ ਕਰੂੰ। ਉਹਨਾਂ ਕਿਹਾ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਇੱਕ ਵਾਰੀ ਸਿੰਘਾਂ ਨੂੰ ਹੱਥ ਪਾ ਲੈਣ ਦਿਓ, ਫੇਰ ਵੇਖਿਓ ਹੁੰਦੇ ਕਿ ਨਹੀਂ ਕੰਮ। ਤੇ ਫਿਰ ਇਹ ਵੀ ਭੁੱਲ ਜਾਓ ਜਿਹੜੇ ਬੇਅਦਬੀ ਦੇ ਮਾਮਲੇ ਆ ਉਹਨਾਂ 'ਚ ਵੀ ਅਸੀਂ ਕੰਮ ਕਰ ਰਹੇ ਆ, ਸਾਨੂੰ ਸਫਲਤਾ ਮਿਲ ਰਹੀ ਆ, ਅਸੀਂ ਠੀਕ ਰਾਹ ਲੱਭ ਲਿਆ ਵਾ, ਤੇ ਸਾਡੇ ਵਕੀਲਾਂ ਨੇ ਬਹੁਤ ਬਿਹਤਰ ਹਾਈ ਕੋਰਟ 'ਚ ਕੰਮ ਕਰਤਾ। ਤੇ ਨਾਲ ਉਹ ਕਹਿੰਦੇ ਨਸ਼ੇ ਦੇ ਮਾਮਲੇ 'ਚ 18 ਤਰੀਕ ਨੂੰ ਉਹ ਰਿਪੋਰਟਾਂ ਖੁੱਲਣ ਦੀ ਉਮੀਦ ਆ, ਉਹ ਖੁੱਲ ਜਾਣਗੀਆਂ ਮੈਨੂੰ ਲੱਗਦਾ। ਤੇ ਨਾਲੇ ਉਹ ਕਹਿੰਦੇ ਕਿ ਇਹ ਫਿਰ ਵੱਡੇ ਵੱਡੇ ਨਾਂ ਸਾਹਮਣੇ ਆ ਜਾਣਗੇ ਤੇ ਭੱਜਣ ਨਹੀਂ ਮੈਂ ਕਿਸੇ ਨੂੰ ਜਾਣ ਦੇਣਾ, ਪਤਾ ਲੱਗ ਜੂਗਾ ਇੱਥੇ ਨਸ਼ੇ ਦਾ ਕੋਈ ਕੰਮ ਨਹੀਂ। ਅਸੀਂ ਹੁਣ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਕੀਤੀਆਂ ਕਿ ਅਸੀਂ ਕਰ ਰਹੇ ਆ, ਇਹ ਨਹੀਂ ਕਿ ਅਸੀਂ ਕਰ ਨਹੀਂ ਰਹੇ। ਔਰ ਕਹਿੰਦੇ ਹੁੰਦੇ ਆ ਕਿ ਕਹਿਣਾ ਧੀ ਨੂੰ ਸੁਣਾਉਣਾ ਨੂੰਹ ਵਾਲੀ ਗੱਲ, ਇਹ ਹੁਣ ਸਿੱਧੂ ਇੱਥੇ ਇਸ ਮੌਕੇ ਦੇ ਉੱਤੇ ਕਿਵੇਂ ਰਿਐਕਟ ਕਰਨਗੇ, ਇਹ ਨੀਝ ਲਾ ਕੇ ਵੇਖਣ ਵਾਲੀ ਗੱਲ ਆ। ਇਹ ਸਾਰੇ ਘਟਨਾਕ੍ਰਮ ਤੇ ਤੁਹਾਡੀ ਟਿੱਪਣੀ? ਦੋ ਗੱਲਾਂ ਜਿਹੜੀ ਤੁਸੀਂ ਕੀਤੀ ਹੈ, ਇੱਕ ਕਿ ਸਾਡੇ ਵਕੀਲਾਂ ਨੂੰ ਬੇਅਦਬੀ ਦੇ ਕੇਸਾਂ ਦੇ ਵਿੱਚ ਕਾਫੀ ਸਫਲਤਾ ਮਿਲੀ ਹੈ, ਜਿਹਦੇ ਵਿੱਚ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਡੇਰਾ ਮੁਖੀ ਦੇ ਨਾਲ ਪੁੱਛਗਿੱਛ ਵਾਲੀ ਗੱਲ ਹੋਏ, ਉਹਦੀ ਇਜਾਜ਼ਤ ਮਿਲ ਗਈ ਹੈ। ਰੰਧਾਵਾ ਜੀ, ਇਹ ਇਜਾਜ਼ਤ ਪਹਿਲੇ ਵੀ ਮਿਲੀ ਸੀ ਜਦ ਕੁੰਵਰ ਵਿਜੇ ਪ੍ਰਤਾਪ ਹੁਣਾ ਸਿੱਟ ਦੇ ਹੈੱਡ ਸੀਗੇ ਜਾਂ ਸਿੱਟ ਦੇ ਮੁਖੀ ਸੀਗੇ, ਤਦ ਵੀ ਇਹ ਇਜਾਜ਼ਤ ਮਿਲੀ ਸੀ। ਔਰ ਲਾਸਟ ਖਬਰ ਉਹਨਾਂ ਦੀ ਹੋਲਡ ਕੀਤੀ ਹੋਈ ਸਿੱਟ ਦੀ ਇਹ ਸੀ ਕਿ ਸੁਨਾਰੀਆ ਜੇਲ੍ਹ ਦੇ ਵਿੱਚ ਹਰਿਆਣਾ ਸਰਕਾਰ ਨੇ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ, ਪਰ ਉਹਦੇ ਕੁਝ ਦਿਨਾਂ ਬਾਅਦ ਉਹ ਇਜਾਜ਼ਤ ਮਿਲ ਗਈ ਸੀ, ਪਰ ਤਦ ਵੀ ਪੁੱਛਗਿੱਛ ਸ਼ੁਰੂ ਨਹੀਂ ਹੋ ਪਾਈ। ਅੱਜ ਵੀ ਗੱਲ ਉੱਥੇ ਹੀ ਖੜੀ ਹੈ, ਤਕਰੀਬਨ ਇਸ ਗੱਲ ਨੂੰ ਸਾਲ ਤੋਂ ਉੱਤੇ ਹੋ ਗਿਆ। ਅੱਜ ਵੀ ਉਹ ਇਜਾਜ਼ਤ ਮਿਲੀ ਹੈ, ਲੇਕਿਨ ਕੋਰਟ ਦੇ ਵਿੱਚ ਉਸ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਗਿਆ ਔਰ ਡੇਰਾ ਮੁਖੀ ਦੀ ਅਰਜ਼ੀ ਨੂੰ ਐਕਸੈਪਟ ਕਰ ਲਿੱਤਾ ਗਿਆ ਕਿ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਵਿੱਚ ਲੈ ਕੇ ਆਇਆ ਜਾਏ। ਚਲੋ, ਉਹ ਪੁੱਛਗਿੱਛ ਹੁੰਦੀ ਹੈ, ਉਹਦੇ ਵਿੱਚੋਂ ਕੁਝ ਨਿਕਲਦਾ ਹੈ ਕਿ ਨਹੀਂ ਨਿਕਲਦਾ, ਇਹ ਤੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪਰ ਦੂਜੀ ਗੱਲ ਜਿਹੜੀ ਚੰਨੀ ਉਹਨਾਂ ਨੇ ਅੱਜ ਇਹ ਗੱਲ ਕਹੀ ਹੈ ਕਿ ਬੇਅਦਬੀਆਂ ਦੇ ਮੁੱਦੇ ਤੇ ਅਸੀਂ ਕੰਮ ਕਰ ਰਹੇ ਹਾਂ, ਬੜੀ ਛੇਤੀ ਫੜੇ ਜਾਣਗੇ, ਪਰ 18 ਨਵੰਬਰ ਨੂੰ ਕੋਰਟ ਦੇ ਵਿੱਚ ਜਿਹੜਾ ਨੈਕਸਟ ਡੇਟ ਹੈਗੀ ਹੈ ਡਰੱਗ ਮਾਮਲਿਆਂ ਦੇ ਉੱਤੇ, ਉਸ ਦਿਨ ਪ੍ਰਮਾਤਮਾ ਕਰੇ ਕਿ ਉਹ ਜਿਹੜੇ ਲਿਫਾਫੇ ਆ ਉਹ ਖੁੱਲ ਜਾਣ, ਜਿਹੜੇ ਵੀ ਵੱਡੇ ਵੱਡੇ ਨਾਂ ਨੇ ਉਹ ਬਾਹਰ ਆ ਜਾਣ। ਪਰ ਇੱਥੇ ਉਹ ਇੱਕ ਗੱਲ ਕਹਿਣਾ ਭੁੱਲ ਗਏ ਕਿ ਉਹਨਾਂ ਲਿਫਾਫਿਆਂ ਨੂੰ ਤੇ ਚੰਨੀ ਸਾਹਿਬ ਅੱਜ ਵੀ ਖੋਲ ਸਕਦੇ ਨੇ। ਜਦ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਐਲੀਗੇਸ਼ਨ ਲਾਇਆ ਸੀ ਤੇ ਉਹਨਾਂ ਨੇ ਕਿਹਾ ਸੀ ਜੇ ਤੁਹਾਡੇ ਪੈਰ ਕੰਬਦੇ ਨੇ ਜਾਂ ਤੁਹਾਡੇ 'ਚ ਦਮ ਨਹੀਂ ਹੈਗਾ ਉਹਨਾਂ ਲਿਫਾਫਿਆਂ ਨੂੰ ਖੁਲਵਾਉਣ ਦਾ ਜਾਂ ਡਰੱਗ ਦੇ ਮੁੱਦੇ ਤੇ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਜਾਣ ਦਾ, ਤੇ ਮੈਨੂੰ ਦੋ, ਮੈਂ ਐਜ਼ ਏ ਪੀਪੀਸੀਸੀ ਪ੍ਰਧਾਨ ਉਹਨਾਂ ਨੇ ਕਿਹਾ ਸੀ ਪਾਰਟੀ ਨੂੰ ਦੇ ਦਿਓ, ਮਤਲਬ ਉਹ ਵੀ ਸਾਨੂੰ ਦੇ ਦਿਓ। ਪਾਰਟੀ ਅੱਜ ਸਿੱਧੂ ਹੀ ਹੈਗੇ ਨੇ, ਪਰ ਉਸ ਮੁੱਦੇ ਦੇ ਉੱਤੇ ਚੰਨੀ ਉਹਨਾਂ ਅੱਜ ਕੁਝ ਨਹੀਂ ਬੋਲੇ। ਔਰ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ 18 ਤਰੀਕ ਤੋਂ ਪਹਿਲੇ ਜਿਹੜੇ ਬੰਦ ਲਿਫਾਫਿਆਂ ਨੂੰ ਖੋਲਣ ਵਾਸਤੇ ਕੋਰਟ ਨੇ ਅੱਜ ਤੱਕ ਰੋਕਿਆ ਨਹੀਂ। ਹਾਲਾਂਕਿ ਕੋਰਟ ਦੀ ਇਹ ਸਟੇਟਮੈਂਟ ਸੀਗੀ ਕਿ ਅਸੀਂ ਕਿਸੇ ਵੀ ਤਰੀਕੇ ਦਾ ਸਟੇ ਨਹੀਂ ਲਾਇਆ ਹੋਇਆ। ਜੇ ਸਰਕਾਰਾਂ ਚਾਹਣ ਤੇ ਆਪਣੀ ਦਿੱਤੀ ਹੋਈ ਰਿਪੋਰਟ, ਐਕਸ਼ਨ ਟੇਕ ਰਿਪੋਰਟ ਕਿੰਨੇ ਦਿੱਤੀ ਹੈ? ਸਰਕਾਰ ਨੇ ਦਿੱਤੀ ਹੈ। STF ਦੀ ਰਿਪੋਰਟ ਕਿੰਨੇ ਦਿੱਤੀ ਹੈ? STF ਨੇ ਦਿੱਤੀ ਹੈ, ਉਹ ਵੀ ਸਰਕਾਰ ਦੇ ਪਾਰਟ ਨੇ। ਤੇ ਉਹਨਾਂ ਬੰਦ ਲਿਫਾਫਿਆਂ ਨੂੰ ਖੋਲਣ ਵਾਸਤੇ ਕਿੰਨੇ ਮਨਾ ਕੀਤਾ ਹੈ? ਮੈਨੂੰ ਨਹੀਂ ਪਤਾ ਕਿ ਅੱਜ ਤੱਕ ਕੋਰਟ ਨੇ ਕੋਈ ਏਦਾਂ ਦੀ ਟਿੱਪਣੀ ਕੀਤੀ ਹੋਏ ਕਿ ਵੀ ਨਹੀਂ, ਸਰਕਾਰ ਚਾਹੇ ਵੀ ਤੇ ਉਹ ਬੰਦ ਲਿਫਾਫੇ ਦੇ ਵਿੱਚ ਜਿਹੜੀ ਬੰਦ ਲਿਫਾਫੇ ਦੇ ਵਿੱਚ ਰਿਪੋਰਟ ਹੈ ਉਹਨੂੰ ਖੋਲਿਆ ਜਾ ਸਕਦਾ ਹੈ। ਭਾਸਕਰ ਸਾਹਿਬ, ਤੁਸੀਂ ਇੱਕ ਸਵਾਲ ਉਠਾਇਆ ਦਰਮਿਆਨ ਜੇ ਦੇ ਵਿੱਚ ਕਿ ਸਿੱਧੂ ਦੇ ਡਰੱਗਸ ਵਾਲੇ ਮਾਮਲਿਆਂ ਦੇ ਸਵਾਲ ਦਾ ਜਵਾਬ ਹੁਣ ਤੱਕ ਚੰਨੀ ਸਾਹਿਬ ਨੇ ਨਹੀਂ ਦਿੱਤਾ, ਪਰ ਅੱਜ ਜਵਾਬ AG ਜਿਹੜੇ ਦਿਓਲ ਸਾਹਿਬ ਆ ਉਹਨਾਂ ਦਿੱਤਾ। ਇਹਦਾ ਮਤਲਬ ਹੈ ਕਿ ਜਵਾਬ ਦਿੱਤਾ ਗਿਆ ਸਰਕਾਰ ਵੱਲੋਂ, ਪਾਰਟੀ ਨੂੰ ਜਵਾਬ ਬੜਾ ਸਾਫ਼ ਆਇਆ ਕਿ ਨਵਜੋਤ ਸਿੰਘ ਸਿੱਧੂ ਮਿਸਲੀਡ ਕਰ ਰਹੇ ਆ। ਉਹ ਨਸ਼ਿਆਂ ਦੇ ਮਾਮਲੇ ਔਰ ਬੇਅਦਬੀ ਮਾਮਲਿਆਂ ਦੇ ਵਿੱਚ
ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕੇਸ ਨੂੰ ਭਟਕਾ ਰਹੇ ਆ, ਉਹ ਸਰਕਾਰ ਦੀ ਕੀਤੀ ਮਿਹਨਤ ਨੂੰ ਖਰਾਬ ਕਰ ਰਹੇ ਆ। ਇਹ ਤੇ ਟਿੱਪਣੀ ਦੇ ਦਿਓ, ਜਵਾਬ ਤਾਂ ਆ ਗਿਆ। ਇਹਦੇ ਟਿੱਪਣੀ ਮੈਂ ਪਹਿਲਾਂ ਹੀ ਦੇ ਚੁੱਕਿਆ ਕਿ ਉਹਨਾਂ ਨੇ ਜਿਹੜਾ ਐਲੀਗੇਸ਼ਨ ਲਾਇਆ, ਅੱਜ ਤੋਂ ਪਹਿਲੇ ਕਿਸੇ ਵੀ ਐਡਵੋਕੇਟ ਜਨਰਲ ਨੇ ਕਿਸੇ ਵੀ ਪਾਰਟੀ ਦੇ ਸੀਨੀਅਰ ਆਗੂ ਜਾਂ ਪਾਰਟੀ ਪ੍ਰਧਾਨ ਦੇ ਖਿਲਾਫ ਐਦਾਂ ਦਾ ਕੇਸ ਕਦੀ ਵੀ ਨਹੀਂ ਆਇਆ ਕਿ ਐਦਾਂ ਦੇ ਐਲੀਗੇਸ਼ਨਸ ਤੇ ਕਾਊਂਟਰ ਐਲੀਗੇਸ਼ਨਸ ਲੱਗਣ। ਕਿਉਂਕਿ ਜਦ ਨਵਜੋਤ ਸਿੰਘ ਸਿੱਧੂ ਉਹਨਾਂ ਵੀ ਕੱਲ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਔਰ ਜਿਸ ਤਰੀਕੇ ਨਾਲ ਆਈਪੀਐਸ ਹੋਤਾ ਜਿਹੜੇ ਹੁਣ ਸਾਡੇ ਮੌਜੂਦਾ ਐਕਟਿੰਗ ਡੀਜੀਪੀ ਨੇ, ਉਹਨਾਂ ਨੇ ਬਾਦਲਾਂ ਦੇ ਬਲੂ ਆਈਡ ਬॉय ਕਰਕੇ ਰੈਫਰ ਕੀਤਾ ਸੀਗਾ, ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹਨਾਂ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀ ਜੋ ਸੁਮੇਧ ਸਿੰਘ ਸੈਣੀ ਉਹਨਾਂ ਨੇ ਆਪਣੇ ਬਲੂ ਆਈਡ ਬॉय ਸਹੋਤਾ ਉਹਨਾਂ ਨੂੰ ਉਸ ਸਿੱਟ ਦਾ ਮੁਖੀ ਬਣਾਇਆ ਸੀ, ਔਰ ਉਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਬਹਿ ਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਸੀ ਕਿ ਬੇਅਦਬੀਆਂ ਦੇ ਮੁੱਦੇ ਤੇ। ਯਾਨੀ ਮੁੱਦੇ ਤੇ ਬਹੁਤ ਵੱਡੇ ਚੱਕੇ ਨੇ, ਕਿਉਂਕਿ ਕੱਲ ਤੋਂ ਪਹਿਲੇ ਸਿੱਧੂ ਉਹਨਾਂ ਦੇ ਵਿੱਚ ਉੱਤੇ ਇੱਕ ਐਲੀਗੇਸ਼ਨ ਲੱਗਦਾ ਸੀਗਾ ਕਿ ਵੀ ਬਾਕੀ ਸਾਰੀ ਗੱਲਾਂ ਠੀਕ ਹੈ, ਮੁੱਦੇ ਭਾਵੇਂ ਸਿੱਧੂ ਉਹਨਾਂ ਨੇ ਚੰਗੇ ਚੱਕੇ ਹੋਣ, ਪਰ ਉਹਨਾਂ ਦਾ ਰਿਜ਼ਾਈਨ ਦੇਣਾ ਗਲਤ ਸੀਗਾ। ਰਿਜ਼ਾਈਨ ਦੇਣ ਦੇ ਨਾਲ ਸਿੱਧੂ ਉਹਨਾਂ ਦੇ ਬਾਰੇ 'ਚ ਇੱਕ ਨੈਗੇਟਿਵਿਟੀ ਪੰਜਾਬ ਦੇ ਲੋਕਾਂ ਦੇ ਵਿੱਚ ਫੈਲ ਰਹੀ ਸੀ ਕਿ ਇਹ ਇੱਕ ਜਿੱਦੀ ਵਿਅਕਤੀ ਹੈ, ਅਸਥਿਰ ਹੈਗਾ, ਅਨਸਟੇਬਲ ਹੈਗਾ, ਤੇ ਇਹਦਾ ਇਸ ਤਰੀਕੇ ਨਾਲ ਅੱਗੇ ਨਹੀਂ ਤੁਰਿਆ ਜਾਂਦਾ। ਕੱਲ ਵੀ ਇਹ ਗੱਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਿੱਧੂ ਉਹਨਾਂ ਨੇ ਮੁੜ ਕੇ ਅਟੈਕ ਸਰਕਾਰ ਦੇ ਉੱਤੇ ਕੀਤਾ, ਪਰ ਉਹ ਅਟੈਕ ਮੁੜ ਕੇ ਜਾਂ ਦੁਬਾਰਾ ਨਹੀਂ ਸੀਗਾ, ਉਹ ਅਟੈਕ ਪੁਰਾਣਾ ਸੀਗਾ। ਸਿਰਫ ਫਰਕ ਇੱਕ ਸੀਗਾ, ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਇਸਤੀਫਾ ਵਾਪਸ ਲੈਣ ਤੋਂ ਕੀਤੀ ਸੀ, ਔਰ ਆਪਣੇ ਆਫਿਸ ਨੂੰ ਜੁਆਇਨ ਕਰਨ ਦੇ ਵਾਸਤੇ ਇੱਕ ਕੰਡੀਸ਼ਨਸ ਅਪਲਾਈ ਵਾਲਾ ਵੀ ਇੱਕ ਫਾਰਮੂਲਾ ਅਪਣਾਇਆ ਸੀਗਾ ਕਿ ਜਦੋਂ ਨਵਾਂ ਏਜੀ ਆਫਿਸ ਜੁਆਇਨ ਕਰੇਗਾ ਉਦੋਂ ਮੈਂ ਵੀ ਆਪਣਾ ਆਫਿਸ ਜੁਆਇਨ ਕਰ ਲਾਂਗਾ। ਯਾਨੀ ਗੱਲ ਉੱਥੇ ਦੇ ਉੱਥੇ ਖੜੀ ਹੈ ਜਿਹੜੀ 28 ਸਤੰਬਰ ਤੋਂ ਅਸਤੀਫੇ ਤੋਂ ਬਾਅਦ ਖੜੀ ਸੀ, ਔਰ ਹੁਣ ਨਵੰਬਰ ਦਾ ਮੇਰੇ ਖਿਆਲ ਨਾਲ ਸੈਕੰਡ ਵੀਕ ਦੀ ਗੱਲ ਆਪਾਂ ਤੁਰ ਰਹੇ ਹਾਂ, ਔਰ ਇਸ ਨਵੰਬਰ ਦੇ ਮਹੀਨੇ ਦੇ ਵਿੱਚ ਬਹੁਤ ਕੁਝ ਕਾਂਗਰਸ ਦੇ ਵਿੱਚ ਵੀ ਔਰ ਦੂਜੀ ਪਾਰਟੀਆਂ ਦੇ ਵਿੱਚ ਵੀ ਨਵਾਂ ਹੋਣ ਦੀ ਉਮੀਦ ਹੈ। ਉਸ ਨਵੇਂ ਹੋਣ ਦੀ ਉਮੀਦ ਦੇ ਵਿੱਚ ਇਹ ਜਿਹੜੀ ਟਸਲਬਾਜੀ ਕਾਂਗਰਸ ਦੇ ਵਿੱਚ ਅਚਾਨਕ ਵੱਧ ਗਈ ਹੈ, ਇਹਦੇ ਤੁਸੀਂ ਕਈ ਸਿਆਸੀ ਮਤਲਬ ਕੱਢ ਸਕਦੇ ਹੋ। ਭਾਸਕਰ ਸਾਹਿਬ ਜੀ, ਚੇਂਜ ਹੋਣੇ ਉਹਨਾਂ ਦੀ ਨੀਂਹ ਰੱਖੀ ਜਾ ਰਹੀ ਹੈ। ਹਾਂ ਭਾਸਕਰ ਸਾਹਿਬ, ਜਦੋਂ ਤੁਸੀਂ ਇਹ ਸਾਰੀ ਗੱਲ ਕਰ ਰਹੇ ਹੋ, ਉਸੇ ਦੌਰਾਨ ਦੇ ਵਿੱਚ ਹੀ ਸਵੇਰੇ ਅੱਜ ਨਵਜੋਤ ਸਿੰਘ ਸਿੱਧੂ ਬਰਗਾੜੀ ਪਹੁੰਚ ਜਾਂਦੇ ਆ। ਤੁਹਾਨੂੰ ਯਾਦ ਹੋਣਾ ਕੈਪਟਨ ਦੇ ਮੁੱਖ ਮੰਤਰੀ ਹੁੰਦਿਆਂ ਵੀ ਸਿੱਧੂ ਉੱਥੇ ਪਹੁੰਚ ਗਏ ਸੀਗੇ, ਔਰ ਉੱਥੇ ਜਾ ਕੇ ਉਹਨਾਂ ਅਰਦਾਸ ਕੀਤੀ ਸੀ, ਜਿੱਥੋਂ ਉਹਨਾਂ ਨੇ ਕਈ ਤਰ੍ਹਾਂ ਦੇ ਦੋਸ਼ਣਬਾਜ਼ੀ ਵੀ ਕੀਤੀ ਸੀਗੀ ਆਪਣੀ ਸਰਕਾਰ ਦੇ ਖਿਲਾਫ। ਅੱਜ ਫਿਰ ਉਹਨਾਂ ਦਾ ਸੰਕੇਤ ਇਹੀ ਹੈ ਕਿ ਉਹ ਗੁਰੂ ਘਰ 'ਚ ਅਰਦਾਸ ਕਰਨ ਗਏ ਆ। ਮਤਲਬ ਟਕਰਾਅ ਹੁਣ ਵਿਦਿਨ ਦਾ ਪਾਰਟੀ, ਵਿਦਿਨ ਦਾ ਪਾਵਰ ਉਹ ਅੱਗੇ ਵੱਧ ਰਿਹਾ, ਔਰ ਇਹ ਟਕਰਾਅ ਥੰਮਦਾ ਨਹੀਂ। ਇਹ ਹੁਣ ਗਿਣੀ ਮੇਥੀ ਲੜਾਈ ਆ, ਜਾਂ ਇਹ ਲੜਾਈ ਸੱਚਮੁੱਚ ਵੱਡੇ ਲੀਡਰ ਹੋਣ ਦੀ ਆ, ਜਾਂ ਆਉਂਦੀ ਇਲੈਕਸ਼ਨ ਤੋਂ ਪਹਿਲਾਂ ਫੈਸਲਾ ਕੁਨ ਹੈ ਕਿ ਕੌਣ ਰਹੂਗਾ ਕੌਣ ਜਾਊਗਾ, ਜਾਂ ਕਿਹੜਾ ਚਿਹਰਾ ਬਣ ਕੇ। ਮੈਨੂੰ ਇੰਝ ਲੱਗਦਾ ਨਵਜੋਤ ਸਿੰਘ ਸਿੱਧੂ ਫੈਸਲਾ ਕੁਨ ਦੌਰ 'ਚ ਨੇ ਕਿ ਜਾਂ ਮੈਨੂੰ ਰੱਖ ਲਓ ਜਾਂ ਬਾਹਰ ਕੱਢ ਦਿਓ। ਹੁਣ ਵਿੱਚ ਵਿਚਾਲੇ ਵਾਲੀ ਲੜਾਈ ਲੜਨੀ ਹੋਣੀ, ਕਿਉਂਕਿ ਜੇ ਇਹ ਗੱਲ ਇੰਜ ਨਾ ਹੁੰਦੀ ਤਾਂ ਸ਼ਾਇਦ ਏਜੀ ਵੱਲੋਂ ਇਸ ਤਰੀਕੇ ਦੀ ਸਟੇਟਮੈਂਟ ਜਾਰੀ ਨਾ ਹੁੰਦੀ, ਤੇ ਮੁੱਖ ਮੰਤਰੀ ਵੱਲੋਂ ਮਨਪ੍ਰੀਤ ਬਾਦਲ ਨਾਲ ਖੜੇ ਹੋ ਕੇ ਇਕੱਠਿਆਂ ਇਹ ਗੱਲ ਨਾ ਹੁੰਦੀ ਕਿ ਅਸੀਂ ਸਾਰਾ ਕੁਝ ਕਰ ਰਹੇ ਹਾਂ, ਕਮਜ਼ੋਰ ਨਹੀਂ। ਬਿਲਕੁਲ ਠੀਕ ਗੱਲ ਹੈ, ਔਰ ਜਿਸ ਤਰੀਕੇ ਦੀ ਸਟੇਟਮੈਂਟ ਦੋਨੋਂ ਪਾਸਿਆਂ ਤੋਂ ਆ ਰਹੀ ਹੈ, ਉਹ ਕਿਸੇ ਪੀਸ ਵੱਲ ਇਸ਼ਾਰਾ ਨਹੀਂ ਕਰਦੀ, ਉਹ ਕਿਸੇ ਸ਼ਾਂਤੀ ਵੱਲ ਇਸ਼ਾਰਾ ਨਹੀਂ ਕਰਦੀ। ਆਉਣ ਵਾਲੇ ਟਾਈਮ ਵਿੱਚ ਸਿਆਸੀ ਘਮਾਸਾਨ ਵਧਣ ਵਾਲਾ ਹੈ, ਔਰ ਮੈਨੂੰ ਇਹ ਲੱਗਦਾ ਹੈ ਇਸ ਸਿਆਸੀ ਘਮਾਸਾਨ ਦਾ ਜਿਹੜਾ ਫਾਈਨਲ ਹੈ ਉਹ ਵੀ ਤੁਸੀਂ ਨਵੰਬਰ ਦੇ ਮਹੀਨੇ 'ਚ ਵੀ ਦੇਖ ਲਓਗੇ, ਕਿਉਂਕਿ ਜਿਹੜੇ ਵੀ ਨਵੇਂ ਸਮੀਕਰਨ ਬਣ ਰਹੇ ਨੇ, ਭਾਵੇਂ ਉਹ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦੇ ਚਿਹਰੇ ਦੇਣ ਵਾਲੀ ਗੱਲ ਹੋਏ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪੰਜਾਬ ਲੋਕ ਕਾਂਗਰਸ, ਉਹਦੇ ਵਿੱਚ ਕੌਣ ਜਾਂਦੇ ਨੇ, ਕੌਣ ਜਾ ਸਕਦੇ ਨੇ, ਉਹ ਕੀ ਸ਼ੇਪ ਲੈਂਦੀ ਹੈ। ਬੀਜੇਪੀ ਦੇ ਨਾਲ ਕੱਲ ਉਹਨਾਂ ਦੀ ਮੀਟਿੰਗ ਅਮਿਤ ਸ਼ਾਹ ਦੇ ਨਾਲ ਐਕਸਪੈਕਟਡ ਹੈਗੀ ਹੈ। ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ, ਕਿਸਾਨੀ ਸੰਘਰਸ਼ ਦਾ ਕੀ ਸੋਲੂਸ਼ਨ ਹੁੰਦਾ ਹੈ ਤੇ ਕਦੋਂ ਹੁੰਦਾ ਹੈ। ਯਾਨੀ ਇਹ ਸਾਰੀ ਗੱਲਾਂ ਦਾ ਹੱਲ ਉਮੀਦ ਕਰਦੇ ਹਾਂ ਕਿ ਆ ਜਿਹੜਾ ਦੀਵਾਲੀ ਵਾਲਾ ਮਹੀਨਾ ਹੈ ਨਾ ਨਵੰਬਰ, ਉਹਦੇ ਵਿੱਚ ਕੁਝ ਨਾ ਕੁਝ ਨਵੇਂ ਸਮੀਕਰਨ, ਨਵੀਂ ਗੱਲਾਂ, ਨਵੀਂ ਲੜਾਈਆਂ, ਨਵੇਂ ਦੋਸਤ, ਨਵੇਂ ਦੁਸ਼ਮਣ, ਇਹ ਸਾਰੀ ਗੱਲਾਂ ਇਸ ਮਹੀਨੇ ਦੇ ਵਿੱਚ ਹੋਣ ਦੀ ਪੂਰੀ ਉਮੀਦ ਹੈ। ਇੱਕ ਹੋਰ ਗੱਲ ਸੀ ਜਿਹੜੀ ਗੱਲ ਭਾਸਕਰ ਸਾਹਿਬ, ਕੱਲ ਜਦੋਂ ਸਿੱਧੂ ਮਾਝਾ ਬ੍ਰਿਗੇਡ ਦੇ ਸਭ ਤੋਂ ਧਾਕੜ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਦੇ ਦੁਆਲੇ ਹੋਏ ਸੀ, ਨਾਂ ਲਏ ਬਿਨਾਂ, ਸੰਕੇਤ ਉਧਰ ਹੀ ਸੀ ਸਾਰੇ,
ਉਸੇ ਵੇਲੇ ਹੀ ਥੋੜੀ ਦੇਰ ਬਾਅਦ ਉਸੇ ਪੀਰੀਅਡ ਦੇ ਦੌਰਾਨ ਚ ਹੀ ਲਗਭਗ ਅਸ਼ਵਨੀ ਸੇਖੜੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਮਾਝਾ ਬ੍ਰਿਗੇਡ ਦੇ ਇੱਕ ਹੋਰ ਵੱਡੇ ਆਕਾਰ ਦੇ ਲੀਡਰ ਆ, ਉਹਨਾਂ ਤੇ ਸਿੱਧਾ ਹਮਲਾ ਤੇ ਤਿੱਖਾ ਹਮਲਾ ਬੋਲਦੇ, ਇੱਥੋਂ ਤੱਕ ਕਿ ਜਿਹੜੇ ਕਰਪਸ਼ਨ ਚਾਰजेस ਹੈ ਕਿ ਮੈਨੂੰ ਪਤਾ ਪ੍ਰਾਪਰਟੀਆਂ ਕਿੱਥੋਂ ਕਿੱਥੋਂ ਬਣ ਗਈਆਂ, ਕਿੰਨੀ ਕਿ ਤੁਹਾਡੇ ਕੋਲ ਜ਼ਮੀਨ ਸੀ, ਅੱਜ ਪੈਟਰੋਲ ਪੰਪ ਕਿੱਥੋਂ ਆ ਗਏ, ਇਹ ਜਿਹੜੇ ਐਲੀਗੇਸ਼ਨ, ਇਹ ਇਲਜ਼ਾਮ ਬੜੇ ਤਿੱਖੇ ਸੀਗੇ। ਉਹ ਕਹਿੰਦੇ ਮੈਂ ਏਡੀ ਛੇਤੀ ਦੱਬਣ ਵਾਲਾ ਨਹੀਂਗਾ, ਔਰ ਇੱਥੋਂ ਤੱਕ ਕਹਿਤਾ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ 10 ਸੀਟਾਂ ਹਰਾਉਣ ਨੂੰ ਫਿਰਦੇ ਆ ਇਸ ਇਲਾਕੇ ਦੀਆਂ, ਪੂਰੇ ਗੁਰਦਾਸਪੁਰ ਜ਼ਿਲ੍ਹੇ ਦੀਆਂ। ਇਹਦੇ ਨਾਲ ਹੀ ਜੋ ਜਵਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਸੀ ਉਹ ਡਿਫੈਂਸਿਵ ਜਵਾਬ ਸੀ, ਉਹ ਆਵਾਜ਼ 'ਚ ਦਮ ਸੀਗਾ ਨਹੀਂ। ਉਹਨਾਂ ਨੇ ਕਿਹਾ ਮੇਰੀ ਇਹਦੇ ਨਾਲ ਕਿਹੜੀ ਦੁਸ਼ਮਣੀ ਆ, ਮੈਂ ਤਾਂ ਫਤਿਹਗੜ੍ਹ ਚੂੜੀਆਂ ਤੋਂ ਲੜਨਾ, ਮੈਂ ਤਾਂ ਇੱਥੋਂ ਲੜਨਾ ਹੀ ਨਹੀਂਗਾ। ਇੱਕ ਤਰ੍ਹਾਂ ਨਾਲ ਉਹ ਆਪਣੀ ਕਲੈਰੀਫਿਕੇਸ਼ਨ ਦਿੰਦੇ ਰਹੇ, ਜਾਂਚ ਕਰਾਉਣੀ ਕਰਾ ਲਓ, ਤੁਸੀਂ ਜਿੱਥੋਂ ਵਿਜੀਲੈਂਸ ਤੋਂ ਕਰਾ ਲਓ। ਮੇਰਾ ਮਤਲਬ ਜਿਹੜੀ ਲੜਾਈ ਬਹੁਤ ਹਮਲਾਵਰ ਰੁਖ 'ਚ ਲੜੀ ਜਾਂਦੀ ਸੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬੜੇ ਠੰਡੇ ਪਏ ਨਜ਼ਰ ਆਏ। ਸੋ ਨਵਜੋਤ ਸਿੰਘ ਸਿੱਧੂ ਥੋੜੇ ਦਿਨ ਪਹਿਲਾਂ ਉਸ ਹਿੰਦੂ ਮਹਾਸਭਾ ਦੀ ਜਿਹਦੀ ਅਧਿਕਸ਼ਤਾ ਹੁਣ ਸੇਖੜੀ ਕੋਲ, ਮਾਫ ਕਰਨਾ, ਅਸ਼ਵਨੀ ਸੇਖੜੀ ਕੋਲ ਹੈ, ਉਹੀ ਅਸ਼ਵਨੀ ਸੇਖੜੀ ਇੱਥੇ ਆ ਕੇ ਉਨੇ ਹੀ ਹਮਲਾਵਰ ਸੀ ਜਿੰਨੇ ਸਿੱਧੂ ਸੀ। ਸੋ ਰਣਨੀਤੀ ਬੜੀ ਸਾਫ਼-ਸਾਫ਼ ਦਿਸ ਰਹੀ ਹੈ। ਜੇ ਮੈਂ ਕੋਈ ਨਵਾਂ ਨਾਂ ਵਿੱਚ ਗਲਤ ਲੈ ਗਿਆ ਹੋਵਾਂ ਤੇ ਮਾਫੀ ਚਾਹੁੰਦਾ, ਕਿਸ ਵੇਲੇ ਬ੍ਰੇਨ ਚੋਂ ਸਕਿਪ ਕਰ ਜਾਂਦੀਆਂ ਚੀਜ਼ਾਂ। ਕੀ ਕਹਿੰਦੇ ਹੋ? ਦੇਖੋ, ਬੈਟਲ ਆਫ ਬਟਾਲਾ ਜਿਹੜੀ ਹੈਗੀ ਹੈ ਉਹ ਬੜੇ ਟਾਈਮ ਤੋਂ ਚੱਲ ਰਹੀ ਹੈ। ਤੁਹਾਨੂੰ ਯਾਦ ਹੋਏਗਾ ਜਦ ਕੈਪਟਨ ਬਨਾਮ ਸਿੱਧੂ ਚੱਲਦਾ ਸੀਗਾ ਤਦ ਵੀ ਬਟਾਲੇ ਦੇ ਉੱਤੇ ਰਾਜਨੀਤੀ ਲਗਾਤਾਰ ਗਰਮਾਈ ਹੋਈ ਸੀਗੀ। ਪਹਿਲੇ ਅਸ਼ਵਨੀ ਸੇਖੜੀ ਉਹਨਾਂ ਜਿਹੜੇ ਅਕਾਲੀ ਦਲ ਜੁਆਇਨ ਕਰਨ ਵਾਲੇ ਸੀ, ਇੱਕ ਦਿਨ ਪਹਿਲੇ ਹੀ ਉਹਨਾਂ ਨੂੰ ਹਾਈਜੈਕ ਕਰਕੇ ਵਾਪਸ ਜਿਹੜੇ ਵੇਰਕਾ ਸਾਹਿਬ ਨੇ ਸਾਡੇ ਹੁਣ ਮੰਤਰੀ ਨੇ, ਉਹ ਉਹਨਾਂ ਦੇ ਘਰ ਗਏ, ਉਹਨਾਂ ਨੂੰ ਮਨਾਇਆ ਗਿਆ ਤੇ ਉਹਨਾਂ ਨੂੰ ਅਕਾਲੀ ਦਲ ਜੁਆਇਨ ਕਰਨ ਤੋਂ ਰੋਕਿਆ ਗਿਆ। ਉਸ ਤੋਂ ਬਾਅਦ ਬਟਾਲੇ ਦੇ ਵਿੱਚ ਅਸ਼ਵਨੀ ਸੇਖੜੀ ਉਹਨਾਂ ਦੇ ਜਿੰਨੇ ਲਾਗੇ ਦੇ ਅਫਸਰ ਸੀਗੇ ਉਹ ਲਾਏ ਗਏ ਤੇ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੇ ਕਲੋਜ਼ਡ ਅਫਸਰ ਸੀਗੇ ਉਹ ਹਟਾ ਦਿੱਤੇ ਗਏ। ਉਸ ਤੋਂ ਬਾਅਦ ਐਂਟਰੀ ਹੁੰਦੀ ਹੈ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ। ਜਦ ਪ੍ਰਤਾਪ ਸਿੰਘ ਬਾਜਵਾ ਉਹਨਾਂ ਐਂਟਰ ਹੁੰਦੇ ਨੇ ਔਰ ਉਹ ਵੀ ਕੈਪਟਨ ਸਾਹਿਬ ਦੇ ਕਰੀਬੀ ਬਣ ਗਏ ਤੇ ਫਿਰ ਇੱਕ ਵਾਰ ਅਫਸਰਾਂ ਦੀ ਚੇਂਜ ਦੁਬਾਰਾ ਹੁੰਦੀ ਹੈ ਔਰ ਉਹਦੇ ਵਿੱਚ ਬਾਜਵਾ ਉਹਨਾਂ ਦੇ ਅਫਸਰ ਸਾਰੇ ਉੱਥੇ ਲਾ ਦਿੱਤੇ ਜਾਂਦੇ ਨੇ। ਹੁਣ ਬਾਜਵਾ ਉਹਨਾਂ ਵੀ ਚੁੱਪ ਨੇ ਔਰ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੀ ਵਾਰੀ ਇੱਕ ਵਾਰ ਫਿਰ ਰਾਜਨੀਤੀ ਚਮਕਦੀ ਹੈ ਤੇ ਫਿਰ ਉਹੀ ਅਫਸਰ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੇ ਕਲੋਜ਼ ਸੀਗੇ ਉਹ ਬਟਾਲੇ ਦੇ ਵਿੱਚ ਲਾ ਦਿੱਤੇ ਜਾਂਦੇ ਨੇ। ਔਰ ਅਸ਼ਵਨੀ ਸੇਖੜੀ ਜਿਹੜੇ ਬੜੇ ਟਾਈਮ ਤੋਂ ਵੇਟ ਕਰ ਰਹੇ ਸੀ ਵੀ ਕਦੋਂ ਸਿਚੁਏਸ਼ਨ ਉਹਨਾਂ ਵਾਸਤੇ ਸੁਖਾਵੀਂ ਹੋਏਗੀ, ਪਰ ਉਹ ਸੁਖਾਵੀਂ ਹੋਣ ਦੀ ਬਜਾਏ ਵਿਗੜਦੀ ਜਾਏਗੀ। ਅੱਜ ਲਗਾਤਾਰ ਕੱਲ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਐਲੀਗੇਸ਼ਨ ਲਾਏ ਸੀ ਕਿ ਉਹਨਾਂ ਨੂੰ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਤੋਂ ਜਾਨ ਦਾ ਖਤਰਾ ਹੈ। ਅੱਜ ਕਰਪਸ਼ਨ ਦੇ ਐਲੀਗੇਸ਼ਨ ਲਾਏ ਔਰ ਉਹਨਾਂ ਨੇ ਇਹ ਐਲੀਗੇਸ਼ਨ ਲਾਏ ਕਿ ਇੱਥੇ ਬਹੁਤ ਸਾਰੀ ਕਲੋਨੀਆਂ ਇਦਾਂ ਦੀ ਹੈਗੀ ਹੈ ਇਲੀਗਲ, ਜਿਹੜੀ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਨੇ ਕੱਢੀ ਹੈ ਔਰ ਕੱਟੀ ਵੀ ਹੈ ਤੇ ਨਾਲ ਉੱਥੇ ਸੜਕਾਂ ਵਗੈਰਾ ਹੋਰ ਡਿਵੈਲਪਮੈਂਟ ਵਰਕ ਵੀ ਸਰਕਾਰੀ ਖਰਚੇ ਤੇ ਉਹ ਕਰਾ ਰਹੇ ਨੇ। ਉਹਦਾ ਜਵਾਬ ਦਿੰਦੇ ਹੋਏ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਨੇ ਇੱਕੋ ਗੱਲ ਕਹੀ ਕਿ ਜਿੱਥੋਂ ਮਰਜ਼ੀ ਇਨਕੁਆਇਰੀ ਕਰਾ ਲਓ, ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ। ਔਰ ਇੱਕ ਵਾਰ ਤੇ ਉਹ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਭਰਾਵਾ ਮੈਂ ਫਤਿਹਗੜ੍ਹ ਚੂੜੀਆਂ ਤੋਂ ਹੀ ਲੜਨਾ ਹੈ, ਮੈਂ ਬਟਾਲੇ ਤੋਂ ਨਹੀਂ ਲੜਨਾ, ਆਰਾਮ ਨਾਲ ਬੈਠ, ਯਾਨੀ ਡਿਫੈਂਸਿਵ ਵੀ ਹੁੰਦੇ ਨਜ਼ਰ ਆਏ। ਪਰ ਇਹ ਜਗ ਜ਼ਾਹਿਰ ਹੈਗਾ ਹੈ ਕਿ ਬਟਾਲੇ ਦੇ ਉੱਤੇ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੀ ਪੁਰਾਣੀ ਨਜ਼ਰ ਹੈ ਔਰ ਉਹਨਾਂ ਦਾ ਸ਼ਰੀਕ ਪ੍ਰਤਾਪ ਸਿੰਘ ਬਾਜਵਾ ਵੀ ਉਸੇ ਸੀਟ ਦੇ ਉੱਤੇ ਨਜ਼ਰ ਰੱਖਦੇ ਨੇ ਔਰ ਇਹ ਹੁਣ ਟ੍ਰਾਇੰਗਲ ਕੰਟੈਸਟ ਇਲੈਕਸ਼ਨ ਹੋਣ ਤੋਂ ਪਹਿਲੇ ਹੀ ਚੱਲ ਰਿਹਾ ਹੈ। ਨਹੀਂ, ਇਹਦਾ ਸਿੱਧਾ ਸੰਬੰਧ ਸਟੇਟ ਦੀ ਰਾਜਨੀਤੀ ਨਾਲ ਵੀ ਆ ਕਿ ਇੱਕ ਹਿੰਦੂ ਫੇਸ ਵਜੋਂ ਅਸ਼ਵਨੀ ਸੇਖੜੀ ਦਾ ਕਦੇ ਨਾ ਸਟੇਟ ਪ੍ਰੈਜ਼ੀਡੈਂਟ ਲਈ ਵੀ ਚੱਲਦਾ ਰਿਹਾ ਔਰ ਉਹਨਾਂ ਦਾ ਮੈਂਬਰ ਪਾਰਲੀਮੈਂਟ ਕੈਂਡੀਡੇਟ ਵਜੋਂ ਵੀ ਗੁਰਦਾਸਪੁਰ ਤੋਂ ਨਾ ਚੱਲਦਾ ਰਿਹਾ। ਸੋ ਸਵਾਲ ਤਾਂ ਇਹ ਹੈ ਕਿ ਇੱਕੋ ਵੇਲੇ ਧਿਰਾਂ ਧੜੇ ਇਕੱਠੇ ਹੁੰਦੇ ਦਿਸਦੇ ਆ, ਗਰੁੱਪਿਜ਼ਮ ਸਿਖਰ ਤੇ ਆ। ਕੁਝ ਲੀਡਰ ਜਿਹੜੇ ਥੋੜੇ ਜੇ ਡਾਊਨ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ, ਉਹ ਕੁਦਰਤੀ ਸਿੱਧੂ ਦੇ ਖੇਮੇ 'ਚ ਜਾ ਰਹੇ ਆ। ਦੂਜੇ ਬੰਨੇ ਮੁੱਖ ਮੰਤਰੀ ਆਪਣੇ ਆਪ ਨੂੰ ਤਾਕਤਵਰ ਹੋਣ ਦੀ ਗੱਲ ਦਰਸਾ ਕੇ ਮੈਸੇਜ ਦੇ ਰਹੇ ਨੇ ਕਿ ਘੱਟ ਇੱਧਰ ਵੀ ਲੜਾਈ ਪੂਰੀ ਲੜੀ ਜਾਊਗੀ। ਪਰ ਅੱਜ ਜਿਹੜੀ ਲੜਾਈ ਅਕਾਲੀਆਂ ਨੇ ਚੰਡੀਗੜ੍ਹ 'ਚ ਲੜੀ ਆ ਮੁੱਖ ਮੰਤਰੀ ਦੇ ਘਰ ਦੇ ਬਾਹਰ, ਦਫ਼ਤਰ ਦੇ ਬਾਹਰ, ਮਾਫੀ ਚਾਹੁੰਦਾ, ਉਹਦੇ ਵਿੱਚ ਕਾਫੀ ਵਰਕਰਾਂ ਦਾ ਜਿਹੜਾ ਫੋਟੋਆਂ 2-3 ਵਰਕਰਾਂ ਦੀਆਂ ਮੈਂ ਦੇਖੀਆਂ ਜਿਨ੍ਹਾਂ ਨੂੰ ਸੱਟ ਸੁੱਟ ਲੱਗੀ ਆ। ਹਾਲਾਂਕਿ ਬਹੁਤ ਸੀਰੀਅਸ ਕੋਈ ਇੰਜਰੀ ਤਾਂ ਨਹੀਂ ਹੈ, ਲੇਕਿਨ ਇਹ ਅਕਸਰ ਹੁੰਦਾ ਕਿ ਪੁਲਿਸ ਦੇ ਡੰਡੇ ਤੇ ਹੋਰ ਪਾਣੀ ਪੂਣੀ ਜਿਹੜਾ ਵਾ ਉਹ ਵਰਕਰ ਖਾ ਲੈਂਦੇ ਆ। ਲੀਡਰਾਂ ਨੂੰ ਸਮਾਂ ਰਹਿੰਦਿਆਂ ਹੀ ਪਾਸੇ ਕਰ ਲਿਆ ਜਾਂਦਾ ਜਾਂ ਪੁਲਿਸ ਦੀਆਂ ਗੱਡੀਆਂ 'ਚ ਬਿਠਾ ਕੇ ਥਾਣੇ ਲਿਜਾ ਕੇ 2-4 ਅੰਗੂਠੇ ਲਵਾ ਕੇ ਛੱਡਤਾ ਜਾਂਦਾ। ਸੋ ਏਦਾਂ ਵੈਟ ਵੂਟ ਤਾਂ ਕੀ ਘਟਣੇ ਆ, ਸੁਰਖੀ ਸਰਖੀ ਬਣਾਉਣ ਦਾ ਯਤਨ ਹੁੰਦਾ, ਬਣ ਜਾਂਦੀ ਹੈ, ਲੇਕਿਨ ਸੁਰਖੀ ਤੋਂ ਵੀ ਵੱਡੀ ਗੱਲ ਆ
ਲੋਕਾਂ ਦੀਆਂ ਤਕਦੀਰਾਂ ਬਣਾਉਣ ਵੱਲ ਇਹਨਾਂ ਹਾਕਮਾਂ ਨੇ ਕਦੇ ਨਹੀਂ ਸੋਚਿਆ। ਜਾਂਦੇ ਜਾਂਦੇ ਅਕਾਲੀਆਂ ਦੇ ਇਸ ਰਸਮੋ ਰਿਵਾਜ ਤੇ ਟਿੱਪਣੀ ਕਰ ਜਿਓ ਜ਼ਰਾ। ਰੰਧਾਵਾ ਜੀ, ਗੱਲ ਹੈਗੀ ਹੈ ਚਿੱਚੀ ਉਂਗਲੀ ਦੇ ਵੱਢ ਕੇ ਸ਼ਹੀਦ ਹੋਣ ਦੀ ਕੋਸ਼ਿਸ਼ ਕਰਨਾ। ਸਿਆਸੀ ਸ਼ਹੀਦ। ਪੈਟਰੋਲ ਡੀਜ਼ਲ ਦੇ ਉੱਤੇ ਲੜਾਈ ਤੇ ਪੂਰੇ ਦੇਸ਼ 'ਚ ਛਿੜੀ ਹੋਈ ਸੀ, ਪਰ ਅਚਾਨਕ ਦੀਵਾਲੀ ਤੋਂ ਪਹਿਲੇ ਇੱਕ ਦਿਨ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਘਟਾ ਕੇ ਇੱਕ ਹੋੜ ਲਾਤੀ ਕਿ ਸਾਰੇ ਸੂਬੇ ਆਪਣਾ ਵੈਟ ਵੀ ਘਟਾਉਣ। 23 ਸੂਬਿਆਂ ਨੇ ਜਿਹੜੇ ਭਾਜਪਾ ਦੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਕੰਟਰੋਲ ਦੇ ਵਿੱਚ ਸੀਗੇ, ਉਹਨਾਂ ਨੇ ਤੇ ਆਪਣਾ ਵੈਟ ਘਟਾ ਦਿੱਤਾ, ਪਰ 13 ਸੂਬੇ ਹਜੇ ਵੀ ਇਦਾਂ ਦੇ ਹੈਗੇ ਆ ਜਿਨ੍ਹਾਂ ਨੇ ਵੈਟ ਨੂੰ ਹਜੇ ਤੱਕ ਘਟਾਇਆ ਨਹੀਂ। ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਨੂੰ ਤੇ ਵੈਟ ਘਟਾਉਣਾ ਹੀ ਪੈਣਾ ਹੈ। ਉਹਦਾ ਕਾਰਨ ਹੈ ਕਿ ਇਲੈਕਸ਼ਨ ਦਾ ਟਾਈਮ ਹੈ, ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ। ਫੈਸਲਾ ਕੱਲ ਹੋ ਜਾਣਾ ਹੈ। ਕੈਬਨਿਟ ਦੀ ਮੀਟਿੰਗ ਜਿਹੜੀ ਅੱਜ ਸੀ ਉਹ ਕੱਲ ਜ਼ਰੂਰ ਹੋਏਗੀ, ਔਰ ਉਹਦੇ ਵਿੱਚ ਵੈਟ ਘਟਾਉਣ ਦੀ ਕੰਸੋਹ ਦੇ ਬਾਰੇ ਉਹ ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ ਪਹਿਲੇ ਹੀ ਉਜਾਗਰ ਕਰ ਚੁੱਕੇ ਨੇ। ਪਰ ਚਲੋ ਅੱਜ ਦਾ ਧਰਨਾ ਉਹ ਮੌਕੇ ਦਾ ਫਾਇਦਾ ਚੱਕਣਾ ਸੀਗਾ ਕਿ ਚਲੋ ਕੱਲ ਤੇ ਇਹਨਾਂ ਨੇ ਕੰਮ ਕਰ ਹੀ ਦੇਣਾ, ਕਿਉਂ ਨਾ ਆਪਾਂ ਸੜਕਾਂ ਤੇ ਉਤਰ ਕੇ ਇਸ ਗੱਲ ਨੂੰ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰੀਏ ਕਿ ਸਾਡਾ ਵਿਦਰੋਹ ਇੱਦਾਂ ਦਾ ਹੈਗਾ ਜਿਹਦੇ ਦਬਾਅ ਵਿੱਚ ਆ ਕੇ ਸੂਬੇ ਦੀ ਸਰਕਾਰ ਨੂੰ ਵੈਟ ਘਟਾਉਣਾ ਪਿਆ। ਜਦ ਸੁਖਬੀਰ ਬਾਦਲ ਉਹਨਾਂ ਦੀ ਸਰਕਾਰ ਸੀਗੀ ਤੇ ਇਹ ਵੈਟ ਪੈਟਰੋਲ ਦੇ ਉੱਤੇ, ਪੰਜਾਬ ਹੀ ਇਸ ਤਰ੍ਹਾਂ ਦਾ ਸੂਬਾ ਸੀਗਾ ਜਿਹਦੇ ਵਿੱਚ ਵੈਟ ਸਭ ਤੋਂ ਜ਼ਿਆਦਾ ਸੀਗਾ। ਅੱਜ ਵੀ ਉਦਾਂ ਹੀ ਹੈਗੀ ਹੈ ਸਿਚੁਏਸ਼ਨ। ਡੀਜ਼ਲ ਦੇ ਉੱਤੇ ਭਾਵੇਂ ਘੱਟ ਹੈਗਾ, ਪਰ ਪੈਟਰੋਲ ਦੇ ਉੱਤੇ ਵੈਟ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਮੈਨੂੰ ਲੱਗਦਾ ਹੈ ਕਿ ਕੱਲ ਦੀ ਕੈਬਨਿਟ ਦੀ ਮੀਟਿੰਗ ਵਿੱਚ ਕੁਝ ਨਾ ਕੁਝ ਫੈਸਲਾ ਜ਼ਰੂਰ ਹੋ ਜਾਏਗਾ, ਪਰ ਉਸ ਤੋਂ ਪਹਿਲੇ ਅਕਾਲੀ ਦਲ ਦੇ ਵਰਕਰਾਂ ਨੂੰ ਜਿਹੜੇ ਪੁਲਿਸ ਨੇ ਲਾਠੀ ਚਾਰਜ ਕੀਤਾ ਹੈ ਉਹਦਾ ਦਰਦ ਤੇ ਉਹਨਾਂ ਨੂੰ ਕੱਲ ਤੱਕ ਝੇਲਣਾ ਹੀ ਪਏਗਾ। ਕੁਦਰਤੀ ਹੈ ਜੀ। ਉਹ ਫਿਰ ਕਹਿੰਦੇ ਹੁੰਦੇ ਨਾ ਵੀ ਸਾਡੀ ਸਰਕਾਰ 'ਚ ਜੋ ਮਰਜ਼ੀ ਹੁੰਦਾ ਰਹੇ, ਤੁਹਾਡੀ ਸਰਕਾਰ 'ਚ ਨਹੀਂ ਹੋਣਾ ਚਾਹੀਦਾ। ਗੱਲ ਤੁਹਾਡੀ ਠੀਕ ਹੈ ਵੀ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੌਮੀ, ਆਹ ਵਾਲੀ ਗੱਲ ਆ। ਖੈਰ ਚਲੋ ਤੁਰਦੇ ਰਹਿੰਦੇ ਆ, ਵੇਖਦੇ ਹਾਂ ਸ਼ਾਮ ਤੱਕ ਕੁਝ ਹੋਰ ਘਟਨਾਵਾਂ ਹੁੰਦੀਆਂ। ਕੋਈ ਪਤਾ ਸਿੱਧੂ ਸਾਹਿਬ ਕਿਸੇ ਪਾਸਿਓਂ ਨਿਕਲ ਕੇ ਫਿਰ ਜਵਾਬ ਦੇਣ ਤੁਰਨ, ਵੈਸੇ ਜਵਾਬ ਉਹ ਦਿੰਦੇ ਘੱਟ ਹੁੰਦੇ ਆ। ਹੁਣ ਅਗਲੀ ਉਹਨਾਂ ਦੀ ਪ੍ਰੈਸ ਕਾਨਫਰੰਸ ਕਦੋਂ ਹੋਊਗੀ, ਅਗਲਾ ਪੈਂਤੜਾ ਕੀ ਹੋਊਗਾ, ਕਾਂਗਰਸ ਦੇ ਵਿੱਚ ਹੁਣ ਕਿਹੜਾ ਤੀਰ ਕਿਧਰੋਂ ਛੱਡਿਆ ਜਾਊਗਾ। ਦਿਨ ਦੇ ਵਿੱਚ ਕਈ ਐਂਗਲ ਬਣਦੇ, ਕਈ ਕੋਣ ਬਣਦੇ ਆ। ਅਗਲੇ ਡਾਢੇ ਬੜੇ ਆ, ਸੁਰਖੀ ਇੱਧਰ ਉੱਧਰ ਜਾਣ ਨਹੀਂ ਦਿੰਦੇ, ਆਪਣੇ ਦੁਆਲੇ ਘੁਮਾਈ ਜਾਂਦੇ ਆ। ਸਿਆਸਤ ਸਿੱਖ ਗਿਆ, ਸਿੱਖਣ ਵੀ ਕਿਉਂ ਨਾ, ਦਹਾਕਿਆਂ ਤੋਂ ਪੀੜ੍ਹੀਆਂ ਤੋਂ ਪਰਿਵਾਰ ਹੀ ਤੇ ਤੁਰੇ ਆਉਂਦੇ ਆ। ਇੰਨੀ ਕੁ ਤਾਂ ਅਕਲ ਜੰਮਦੇ ਬੱਚੇ ਨੂੰ ਸਿਆਸਤਦਾਨਾਂ ਦੇ ਘਰਾਂ 'ਚ ਹੋ ਜਾਂਦੀ ਹੈ। ਬਹੁਤ ਮਿਹਰਬਾਨੀ। ਧੰਨਵਾਦ ਜੀ।